ਪੰਜਾਬ ਸਰਕਾਰ ਵੱਲੋਂ ਕੁਝ ਸਰਪੰਚਾਂ ਨੂੰ ਘੇਰਨ ਦੀ ਤਿਆਰੀ ਖਿੱਚੀ ਜਾ ਰਹੀ ਹੈ। ਅਜਿਹਾ ਕੀ ਮਾਮਲਾ ਹੈ? ਕਿਹੜੇ ਸਰਪੰਚਾਂ ਨੂੰ ਨੋਟਿਸ ਜਾਰੀ ਕੀਤੇ ਜਾ ਰਹੇ ਹਨ ਤੇ ਅਜਿਹੇ ਸਰਪੰਚਾਂ ਤੋਂ ਕਿਉਂ ਅਸਤੀਫਾ ਮੰਗਿਆ ਜਾ ਰਿਹਾ ਹੈ? ਅਜਿਹਾ ਸਾਰਾ ਮਾਜਰਾ, ਇਸ ਸੰਬੰਧੀ ਗੱਲਬਾਤ ਕਰਾਂਗੇ। ਚਰਚਾ ਲਈ ਸਾਡੇ ਨਾਲ ਜੁੜੇ ਨੇ ਉੱਘੇ ਲੇਖਕ ਤੇ ਸਿਆਸੀ ਮਾਹਰ ਡਾਕਟਰ ਭਗਵੰਤ ਸਿੰਘ ਜੀ। ਸੋ ਸਭ ਤੋਂ ਪਹਿਲਾਂ ਡਾਕਟਰ ਸਾਹਿਬ, ਤੁਹਾਡਾ ਵੈਲਕਮ, ਸਵਾਗਤ। ਬਹੁਤ ਬਹੁਤ ਸ਼ੁਕਰੀਆ ਭਿੰਡਰ ਸਾਹਿਬ। ਪੰਜਾਬ ਸਰਕਾਰ ਵੱਲੋਂ ਪਿਛਲੇ ਦਿਨੀ ਡਾਕਟਰ ਸਾਹਿਬ ਸ਼ਹਿਰੀ ਚੋਣਾਂ ਦਾ ਐਲਾਨ ਕਰ ਦਿੱਤਾ ਗਿਆ ਸੀ। ਕਹਿੰਦਾ ਭਾਵ ਕਿ ਸਥਾਨਕ ਸਰਕਾਰਾਂ ਵਿਭਾਗ ਵੱਲੋਂ ਆਪਣਾ ਇੱਕ ਨੋਟੀਫਿਕੇਸ਼ਨ ਜਾਰੀ ਕਰਕੇ ਸਟੇਟ ਚੋਣ ਕਮਿਸ਼ਨਰ ਵਿਭਾਗ ਨੂੰ ਭੇਜਿਆ ਗਿਆ ਕਿ ਨਵੰਬਰ ਦੇ ਪਹਿਲੇ ਦੂਜੇ ਹਫ਼ਤੇ ਜਿਹੜੀਆਂ ਨੇ ਸ਼ਹਿਰੀ ਚੋਣਾਂ, ਮਤਲਬ ਕਿ ਮਿਊਨਿਸਪੈਲਿਟੀ ਦੀਆਂ ਤੇ ਨਗਰ ਪੰਚਾਇਤਾਂ ਦੀਆਂ ਸੂਬੇ ਦੀਆਂ, ਉਹ ਚੋਣਾਂ ਕਰਵਾਈਆਂ ਜਾਣ ਤੇ ਅੰਤਮ ਫੈਸਲਾ ਤਰੀਕਾਂ ਦਾ ਉਹ ਹੁਣ ਸਟੇਟ ਚੋਣ ਕਮਿਸ਼ਨਰ ਵਿਭਾਗ ਵੱਲੋਂ ਕੀਤਾ ਜਾਣਾ। ਦੂਜੇ ਬੰਨੇ ਜਿਹੜੀਆਂ ਪੰਚਾਇਤੀ ਚੋਣਾਂ ਨੇ, ਗ੍ਰਾਮ ਪੰਚਾਇਤਾਂ ਦੀਆਂ, ਪਿੰਡਾਂ ਦੀਆਂ, ਉਹਨਾਂ ਚੋਣਾਂ ਦੀ ਮਿਆਦ ਵੀ ਹੁਣ ਥੋੜ੍ਹੀ ਚਿਰ ਹੀ ਬਾਕੀ ਹੈ। ਕਹਿੰਦਾ ਭਾਵ ਕਿ ਪੰਚਾਇਤੀ ਚੋਣਾਂ ਵੀ ਸਿਰ ਉੱਤੇ ਨੇ, ਪਰੰਤੂ ਅਜਿਹੇ ਦੌਰਾਨ, ਅਜਿਹੇ ਵਕਤ ਪੰਜਾਬ ਸਰਕਾਰ ਵੱਲੋਂ ਕੁਝ ਸਰਪੰਚਾਂ ਨੂੰ ਨੋਟਿਸ ਜਾਰੀ ਕੀਤੇ ਜਾ ਰਹੇ ਨੇ ਕਿ ਭਾਈ ਤੁਸੀਂ ਅਸਤੀਫਾ ਦੇ ਦਿਓ। ਡਾਕਟਰ ਸਾਹਿਬ ਦੱਸਿਓ ਕਿ ਅਜਿਹੇ ਸਰਪੰਚਾਂ ਨੂੰ ਕਿਉਂ ਨੋਟਿਸ ਜਾਰੀ ਕੀਤੇ ਜਾ ਰਹੇ ਨੇ, ਕੀ ਕਾਰਨ ਹੈ, ਕੀ ਵਜ੍ਹਾ ਹੈ ਜੀ ਡਾਕਟਰ ਸਾਹਿਬ? ਭਿੰਡਰ ਸਾਹਿਬ, 150 ਦੇ ਕਰੀਬ 155 ਸਰਪੰਚਾਂ ਨੂੰ ਇਹ ਪੰਜਾਬ ਸਰਕਾਰ ਨੇ ਨੋਟਿਸ ਜਾਰੀ ਕੀਤੇ ਨੇ ਕਿ ਤੁਸੀਂ ਆਪਣੀ ਸਰਪੰਚ ਦੇ ਅਹੁਦੇ ਤੋਂ ਅਸਤੀਫਾ ਦੇ ਦਿਓ, ਕਿਉਂਕਿ ਤੁਸੀਂ ਉਧਰ ਆਂਗਨਵਾੜੀ ਵਰਕਰ ਦੇ ਤੌਰ ਤੇ ਵੀ ਕੰਮ ਕਰ ਰਹੇ ਹੋ, ਨਹੀਂ ਤੁਹਾਡੀਆਂ ਉਹ ਆਂਗਨਵਾੜੀ ਸਰਵਿਸ ਦੀਆਂ ਸੇਵਾਵਾਂ ਖਤਮ ਕੀਤੀਆਂ ਜਾਣਗੀਆਂ। ਹੁਣ ਦੇਖਣਾ ਇਹ ਹੈ, ਕਿਉਂਕਿ ਪਿਛਲੇ ਸਮੇਂ ਤੋਂ ਜਿਹੜੇ ਇਹ ਕਈ ਸਾਲਾਂ ਤੋਂ ਨੇ, ਤਕਰੀਬਨ 5 ਸਾਲ ਹੋ ਗਏ ਨੇ ਬਈ ਇਹ ਸਰਕਾਰ ਦੇ ਨੋਟਿਸ ਦੇ ਵਿੱਚ ਹੀ ਨਹੀਂ ਆਇਆ ਹੈਗਾ, ਤੇ ਉਦੋਂ ਤੋਂ ਉਹ ਕੰਮ ਕਰ ਰਹੇ ਨੇ, ਪਿੰਡ ਦੀ ਸਰਪੰਚੀ ਵੀ ਕਰ ਰਹੇ ਨੇ ਤੇ ਉਧਰ ਆਂਗਨਵਾੜੀ ਵਰਕਰ ਦੇ ਤੌਰ ਤੇ ਵੀ ਕਾਰਜਸ਼ੀਲ ਨੇ। ਹੁਣ ਸਰਕਾਰ ਨੇ ਇਹ ਨੋਟਿਸ ਜਾਰੀ ਕਰਕੇ ਇਹ ਕਿਹਾ, ਕਿਉਂਕਿ ਬੇਸ਼ੱਕ ਪਿਛਲੇ ਸਮੇਂ ਦੇ ਦੌਰਾਨ ਵੀ ਇਸ ਤਰ੍ਹਾਂ ਦੇ ਮਸਲੇ ਸ਼ਾਇਦ ਉੱਠਦੇ ਰਹੇ ਨੇ, ਜਦੋਂ ਕਿ ਇੱਕਾ ਦੁੱਕਾ ਕਿਸੇ ਸਰਪੰਚ ਦੇ ਖਿਲਾਫ ਜੇ ਕੋਈ ਸ਼ਿਕਾਇਤ ਹੁੰਦੀ ਸੀ ਤਾਂ ਉਹਨੂੰ ਹਟਾਉਣ ਦੀ ਕੋਸ਼ਿਸ਼ ਕੀਤੀ ਜਾਂਦੀ, ਉਹਦੇ ਉੱਪਰ CSR ਦੇ ਤਹਿਤ ਕਾਰਵਾਈ ਲੰਬੀ ਜਾਂਦੀ ਸੀ। ਉਹਦੇ ਤੇ ਹਾਈ ਕੋਰਟ ਦੇ ਫੈਸਲੇ ਆਏ ਕਿ ਕਿਉਂਕਿ ਇਹਨਾਂ ਨੂੰ ਮਾਣ ਭੱਤਾ ਦਿੱਤਾ ਜਾਂਦਾ ਆਂਗਨਵਾੜੀ ਵਰਕਰਾਂ ਨੂੰ, ਇਹਨਾਂ ਦੇ ਉੱਪਰ CSR ਲਾਗੂ ਨਹੀਂ ਹੁੰਦਾ। ਪਰ ਸਰਕਾਰ ਦਾ ਜਿਹੜਾ ਤਰਕ ਹੈ, ਕਿਉਂਕਿ ਉਹਨਾਂ ਨੇ ਇਹ ਕਿਹਾ ਕਿ ਸਰਕਾਰ ਨੇ ਨਿਯਮ ਇਹ ਪਰਮਿਟ ਨਹੀਂ ਕਰਦੇ ਕਿ 2 ਅਹੁਦਿਆਂ ਦੇ ਉੱਪਰ ਇੱਕ ਵਿਅਕਤੀ ਕੰਮ ਕਰ ਸਕੇ। ਇਹ ਵਿਭਾਗੀ ਨਿਯਮ ਹੁੰਦੇ ਨੇ ਸਰਕਾਰ ਦੇ ਵਿੱਚੋਂ, ਸਰਕਾਰ ਦੀਆਂ ਜਿਵੇਂ ਨੀਤੀਆਂ ਵੀ ਨੇ ਤੇ ਸਰਕਾਰ ਦੇ ਜਿਵੇਂ ਹੱਥ ਵੀ ਆਪਾਂ ਕਹਿ ਦਿੰਦੇ ਹਾਂ ਬਹੁਤ ਲੰਬੇ ਨੇ। ਅਸਲ ਦੇ ਵਿੱਚ ਮਸਲਾ ਇਹ ਉਦੋਂ ਜ਼ਿਆਦਾ ਤੂਲ ਪਕੜਿਆ ਜਦੋਂ ਕਿ ਆਂਗਨਵਾੜੀ ਵਰਕਰ ਯੂਨੀਅਨ ਦੀ ਜਿਹੜੀ ਪ੍ਰਧਾਨ ਹਰਗੋਬਿੰਦ ਕੌਰ ਸ਼੍ਰੋਮਣੀ ਅਕਾਲੀ ਦਲ ਦੇ ਇਸਤਰੀ ਵਿੰਗ ਦੀ ਪ੍ਰਧਾਨ ਬਣ ਗਈ ਤੇ ਉਸ ਦੇ ਸੰਬੰਧ ਦੇ ਵਿੱਚ ਮਾਮਲਾ ਵੱਡੇ ਪੱਧਰ ਤੇ ਤੂਲ ਪਕੜਿਆ ਅਤੇ ਉਸ ਸੰਬੰਧੀ ਵੀ ਸਰਕਾਰ ਨੇ ਉਹਨਾਂ ਨੂੰ ਨੋਟਿਸ ਜਾਰੀ ਕੀਤੇ ਨੇ ਕਿ ਇਹ ਪਾਰਟੀ ਦੇ ਵਿੱਚ ਕਿਸ ਤਰ੍ਹਾਂ ਕਾਰਜ ਕਰ ਰਹੇ ਨੇ। ਦੇਖਣ ਵਾਲੀ ਗੱਲ ਤਾਂ ਇਹ ਹੈ, ਕਿਉਂਕਿ ਇੱਕ ਪਾਸੇ ਤਾਂ ਉਹ ਮਾਣ ਭੱਤਾ ਲੈ ਰਹੇ ਨੇ ਆਂਗਨਵਾੜੀ ਵਰਕਰ ਦੇ ਤੌਰ ਤੇ, ਦੂਜੇ ਪਾਸੇ ਉਹ ਇੱਕ ਪੋਲੀਟੀਕਲ ਪਾਰਟੀ ਦੇ ਵਿੰਗ ਦੇ ਪ੍ਰਧਾਨ ਬਣ ਚੁੱਕੇ ਨੇ, ਪਾਰਟੀ ਦੇ ਵਿੱਚ ਧਿਰ ਬਣ ਚੁੱਕੇ ਨੇ ਜਿਹੜੇ ਪੋਲੀਟੀਕਲ ਪਾਰਟੀਆਂ ਨੇ। ਅਸਲ ਦੇ ਵਿੱਚ ਪਹਿਲਾਂ ਵੀ ਇਸ ਤਰ੍ਹਾਂ ਦਾ ਸਵਾਲ ਉੱਠਦੇ ਰਹੇ ਨੇ, ਜਿਵੇਂ ਕਿ ਪਹਿਲਾਂ ਜਿਹੜੀਆਂ ਟ੍ਰੇਡ ਯੂਨੀਅਨਾਂ ਵੱਖੋ ਵੱਖਰੇ ਅਦਾਰਿਆਂ ਦੇ ਵਿੱਚ ਵੱਖੋ ਵੱਖਰੇ ਨਾਂ ਦੇ ਥੱਲੇ ਵੱਖੋ ਵੱਖਰੀਆਂ ਪਾਰਟੀਆਂ ਨਾਲ ਐਫੀਲੀਏਟਡ ਹੁੰਦੀਆਂ ਨੇ, ਜਿਸ ਤਰ੍ਹਾਂ ਹੁਣ ਵੀ ਹੈਗੀਆਂ ਨੇ। ਤੇ ਉਹ ਟ੍ਰੇਡ ਯੂਨੀਅਨਾਂ ਜਾਂ ਇੰਟਕ, ਏਟਕ, C2 ਜਾਂ ਕਰਮਚਾਰੀ ਦਲ ਦੇ ਨਾਂ ਹੇਠ, ਬੈਨਰਾਂ ਹੇਠ ਉਹਨਾਂ ਦੀ ਵੱਖੋ ਵੱਖਰੀਆਂ ਪਾਰਟੀਆਂ ਨਾਲ, ਕਾਂਗਰਸ ਪਾਰਟੀ ਨਾਲ, ਅਕਾਲੀ ਦਲ ਨਾਲ, CPI ਤੇ CPM ਨਾਲ ਐਫੀਲੀਏਸ਼ਨ ਹੁੰਦੀ ਹੈ ਤੇ ਉਹ ਉੱਥੇ ਤੱਕ ਤਾਂ ਸਰਕਾਰਾਂ ਉਹਨਾਂ ਨੂੰ ਮੰਨ ਲੈਂਦੀਆਂ ਨੇ ਜੇਕਰ ਪਾਰਟੀ ਦੇ ਐਫੀਲੀਏਸ਼ਨ ਦੇ ਤੌਰ ਤੇ ਇੱਕ ਕਾਰਜ ਕਰਦੇ ਨੇ। ਪਰ ਉਹ ਵੀ ਪਿਛਲੇ ਸਾਲਾਂ ਦੇ ਵਿੱਚ, ਅੱਜ ਤੋਂ 15-20 ਸਾਲ ਪਹਿਲਾਂ ਜਦੋਂ ਇਲੈਕਸ਼ਨਾਂ ਦੇ ਵਿੱਚ ਚੋਣ ਸੁਧਾਰ ਕੀਤੇ ਗਏ, ਚੋਣ ਕਮਿਸ਼ਨ ਨੇ ਉਦੋਂ ਨੋਟਿਸ ਲਿਆ ਕਿ ਜਿਹੜੇ ਟ੍ਰੇਡ ਯੂਨੀਅਨ ਦੇ ਲੀਡਰ ਨੇ ਉਹ ਸਿੱਧੇ ਇਲੈਕਸ਼ਨ ਦੇ ਵਿੱਚ ਭਾਗ ਨਹੀਂ ਲੈ ਸਕਣਗੇ। ਟ੍ਰੇਡ ਯੂਨੀਅਨਾਂ ਦੇ ਲੀਡਰ ਕਿਸੇ ਦੇ ਪੋਲਿੰਗ ਏਜੰਟ ਜਾਂ ਪਾਰਟੀਆਂ ਦੀਆਂ ਸਟੇਜਾਂ ਦੇ ਉੱਪਰ ਨਹੀਂ ਬੈਠ ਸਕਣਗੇ। ਉਦੋਂ ਇਹ ਬਾਹਰ ਲਾਈ ਗਈ। ਉਸ ਤੋਂ ਪਹਿਲਾਂ ਤਾਂ ਪੋਲਿੰਗ ਏਜੰਟ ਵੀ ਬਣਦੇ ਰਹੇ ਨੇ, ਪੋਲਿੰਗ ਕੰਪੇਨ ਵੀ ਚਲਾਉਂਦੇ ਰਹੇ ਨੇ, ਇਲੈਕਸ਼ਨ ਕੰਪੇਨ ਵੀ। ਪਰੰਤੂ ਜਦੋਂ ਇਹ ਹੋਇਆ ਵੀ ਇਹਨਾਂ ਦਾ ਇੱਕ ਪ੍ਰਭਾਵ ਬਣਦਾ, ਇੱਕ ਪਾਸੇ ਸਰਕਾਰੀ ਮੁਲਾਜ਼ਮ ਨੇ ਤੇ ਦੂਸਰੇ ਪਾਸੇ ਇਹ ਇੱਕ ਪਾਰਟੀ ਦੇ ਨਾਲ ਪ੍ਰਚਾਰ ਕਰ ਰਹੇ। ਤੁਹਾਡੇ ਧਿਆਨ 'ਚ ਹੋਵੇਗਾ ਉਸ ਤੋਂ ਪਹਿਲਾਂ ਕਈ ਕੁਝ ਹੁੰਦਾ ਰਿਹਾ, ਜਿਸ ਤਰ੍ਹਾਂ ਕਿ
ਸਾਬਕਾ IAS ਅਧਿਕਾਰੀ ਡਾਕਟਰ ਹਰਕੇਸ਼ ਸਿੰਘ ਸਿੱਧੂ ਬਤੌਰ PCS ਅਧਿਕਾਰੀ ਹੁੰਦੇ ਹੋਏ ਉਹਨਾਂ ਨੇ SGPC ਦੀ ਇਲੈਕਸ਼ਨ ਵੀ ਲੜੀ ਸੀਗੀ, ਤੇ ਪਰ ਉਹਦੇ ਬਾਰੇ ਵੀ ਬਾਅਦ ਦੇ ਵਿੱਚ ਅਮੈਂਡਮੈਂਟਾਂ ਹੋਈਆਂ ਨੇ। ਇਸ ਤਰ੍ਹਾਂ ਦਾ ਉਹ ਕਾਰਜ ਤਾਂ ਉੱਥੇ ਤੱਕ ਤਾਂ ਮੰਨਿਆ ਜਾ ਸਕਦਾ, ਸਰਕਾਰ ਨੇ ਮੰਨ ਲਿਆ। ਤੇ ਹੁਣ ਕਿਉਂਕਿ ਸਰਕਾਰ ਨੇ ਆਪਣਾ ਦੇਖਿਆ ਕਿ ਵੀ ਜੇ ਇਸ ਤਰ੍ਹਾਂ ਦਾ ਕਾਰਜ ਇਹਨੂੰ ਬਿਲਕੁਲ ਢਿੱਲ ਦਿੱਤੀ ਤਾਂ ਇਹ ਬਿਲਕੁਲ ਹੀ ਉਲਟ ਜਾਏਗਾ, ਇਸ ਲਈ ਸਰਕਾਰ ਨੇ ਇਹਦੀ ਪਛਾਣ ਕਰਨੀ ਸ਼ੁਰੂ ਕੀਤੀ। ਤੇ ਇਹ ਵੀ ਹੋ ਸਕਦਾ ਜਦੋਂ ਕਿ ਹਰਗੋਬਿੰਦ ਕੌਰ ਦਾ ਮਸਲਾ ਉੱਭਰਿਆ ਤਾਂ ਪਿੰਡਾਂ ਦੇ ਵਿੱਚੋਂ ਜਾਂ ਹੋਰ ਵਿਰੋਧੀਆਂ ਨੇ ਵੀ ਇਸ ਤਰ੍ਹਾਂ ਦੀਆਂ ਸ਼ਿਕਾਇਤਾਂ ਕੀਤੀਆਂ ਹੋਣਗੀਆਂ ਤੇ ਸਰਕਾਰ ਦੇ ਇਹ ਧਿਆਨ ਦੇ ਵਿੱਚ ਆਇਆ। ਕਿਉਂਕਿ ਇਸ ਤਰ੍ਹਾਂ ਜਦੋਂ ਕਿ ਆਂਗਣਵਾੜੀ ਵਰਕਰਾਂ ਨੇ ਸਰਕਾਰ ਤੋਂ ਮਾਣ ਪੱਤਾ ਲੈਂਦੇ ਨੇ ਅਤੇ ਸਰਕਾਰੀ ਸਕੀਮਾਂ ਦਾ ਜਿਹੜੀ ਡਿਸਟ੍ਰੀਬਿਊਸ਼ਨ ਕਰਦੇ ਨੇ, ਸਰਕਾਰੀ ਸਰਵੇ ਕਰਦੇ ਨੇ, ਹੋਰ ਵੀ ਉਹਨਾਂ ਦੀ ਬਹੁਤ ਜ਼ਿੰਮੇਵਾਰੀ ਹੁੰਦੀ ਹੈ। ਤੇ ਦੂਜੇ ਪਾਸੇ ਜਿਹੜਾ ਸਰਪੰਚ ਹੈ, ਬੇਸ਼ੱਕ ਉਹਨੂੰ ਕੋਈ ਸੇਵਾ ਫਲ ਨਹੀਂ ਮਿਲਦਾ, ਕੋਈ ਮਾਣ ਪੱਤਾ ਨਹੀਂ ਹੁੰਦਾ, ਪਰੰਤੂ ਉਹਦੇ ਨਾਲ ਸਹੂਲਤਾਂ ਬੜੀਆਂ ਜੁੜੀਆਂ ਹੁੰਦੀਆਂ ਨੇ, ਸਰਕਾਰੀ ਗ੍ਰਾਂਟਾਂ ਆਉਂਦੀਆਂ ਨੇ, ਉਹਨਾਂ ਨੂੰ ਲਾਉਣਾ ਹੁੰਦਾ ਹੈ, ਪਿੰਡਾਂ ਦੇ ਡਿਵੈਲਪਮੈਂਟ ਵਾਸਤੇ ਹੋਰ ਬੜੇ ਕਾਰਜ ਕਰਨੇ ਹੁੰਦੇ ਨੇ। ਇਸ ਕਰਕੇ ਸਰਕਾਰ ਦੇ ਜਿਹੜੇ ਨਿਯਮ ਨੇ ਵੀ ਇੱਕ ਵਿਅਕਤੀ ਦੋ ਅਹੁਦਿਆਂ ਤੇ ਨਹੀਂ ਰਹਿ ਸਕਦਾ, ਉਸ ਦੇ ਤਹਿਤ ਉਹਨਾਂ ਨੇ ਕਾਰਵਾਈ ਆਰੰਭੀ ਹੈ। ਜੀ ਪਿੰਡਰ ਸਾਹਿਬ। ਬਿਲਕੁਲ ਡਾਕਟਰ ਸਾਹਿਬ, ਮਤਲਬ ਕਿ ਸਰਕਾਰ ਨੂੰ ਇਹ ਮਾਮਲਾ ਉਦੋਂ ਧਿਆਨ ਦੇ ਵਿੱਚ ਆਇਆ ਜਾਂ ਕਿ ਨੋਟਿਸ ਦੇ ਵਿੱਚ ਆਇਆ ਜਦੋਂ ਬੀਬੀ ਹਰਗੋਬਿੰਦ ਕੌਰ ਦਾ ਮਾਮਲਾ ਭਖਿਆ, ਜਦੋਂ ਉਹਨਾਂ ਨੇ ਬਤੌਰ ਇੱਕ ਆਂਗਣਵਾੜੀ ਵਰਕਰ ਹੁੰਦਿਆਂ ਜੁਆਇਨ ਕੀਤੀ ਹੈ ਸ਼੍ਰੋਮਣੀ ਅਕਾਲੀ ਦਲ। ਮਤਲਬ ਕਿ ਇਸ ਤੋਂ ਪਹਿਲਾਂ ਸਰਕਾਰ ਦੇ ਅਜਿਹਾ ਮਾਮਲਾ ਕੋਈ ਧਿਆਨ ਦੇ ਵਿੱਚ ਨਹੀਂ ਸੀ, ਉਸ ਤੋਂ ਬਾਅਦ ਹੀ ਸਰਕਾਰ ਇਸ ਮਾਮਲੇ ਦੇ ਵਿੱਚ ਸੁਚੇਤ ਹੋਈ। ਜੀ ਡਾਕਟਰ ਸਾਹਿਬ। ਪਿੰਡਰ ਸਾਹਿਬ, ਇਹ ਬਿਲਕੁਲ ਸੋਚਣ ਵਾਲੀ ਗੱਲ ਤਾਂ ਇਹ ਹੈ ਵੀ ਕਈ ਵਾਰ ਸਰਕਾਰਾਂ ਜਾਣ ਬੁੱਝ ਕੇ ਵੀ ਅਣਡਿੱਠ ਕਰ ਦਿੰਦੀਆਂ ਨੇ। ਹਰੇਕ ਸਰਕਾਰ ਦੀ ਆਪਣੀ ਇੱਕ ਨੀਤੀ ਵੀ ਹੁੰਦੀ ਹੈ, ਕਿਉਂਕਿ ਆਂਗਣਵਾੜੀ ਵਰਕਰ ਯੂਨੀਅਨ ਜਿਹੜੀ ਕਿ ਪਿਛਲੇ ਸਮੇਂ ਦੇ ਦੌਰਾਨ ਕਾਫੀ ਪ੍ਰਭਾਵਸ਼ਾਲੀ ਯੂਨੀਅਨ ਬਣ ਚੁੱਕੀ ਸੀ। ਇਹਨਾਂ ਦੇ ਵੱਡੇ ਧਰਨੇ ਹੁੰਦੇ ਸੀ, ਵੱਡੇ ਮੁਜ਼ਾਹਰੇ ਹੁੰਦੇ ਸੀ, ਹਰੇਕ ਜਗ੍ਹਾ ਤੇ ਸਟੇਟ ਦੇ ਖਿਲਾਫ ਇਹ ਆਪਣੇ ਆਪ ਨੂੰ ਪੱਕਾ ਕਰਨ ਲਈ, ਆਪਣੀਆਂ ਸਹੂਲਤਾਂ ਦੀ ਮੰਗ ਦੇ ਲਈ ਜਥੇਬੰਦ ਹੋ ਚੁੱਕੀਆਂ ਸੀ ਪੂਰੀ ਤਰ੍ਹਾਂ। ਤੇ ਇਹ ਵੀ ਹੁੰਦਾ ਵੀ ਸਰਕਾਰ ਦਾ ਮਸਲਾ ਵੀ ਚਲੋ ਇੱਧਰ ਸਾਡੇ ਵੱਲ ਧਿਆਨ ਹਟਣ ਦੇ ਲਈ ਚਲੋ ਕੋਈ ਗੱਲ ਨਹੀਂ, ਪੰਚੀ ਸਰਪੰਚੀ ਦੀ ਇਲੈਕਸ਼ਨ ਲੜਦਿਆਂ ਨੇ ਅਣਡਿੱਠ ਕਰ ਦਿੱਤਾ ਜਾਂਦਾ, ਜਾਣ ਬੁੱਝ ਕੇ ਵੀ ਅਣਡਿੱਠ ਕਰ ਦਿੱਤਾ ਜਾਂਦਾ। ਉਹ ਪਿਛਲੀਆਂ ਸਰਕਾਰਾਂ ਦਾ, ਜਿਵੇਂ ਕਿ ਹੁਣ ਵੀ ਸਵਾਲ ਉੱਠੇ ਨੇਗੇ, ਆਂਗਣਵਾੜੀ ਵਰਕਰ ਦੀ ਪ੍ਰਧਾਨ ਹਰਗੋਬਿੰਦ ਕੌਰ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਸਾਨੂੰ ਕੋਈ ਉਹ ਨਹੀਂ ਕੀਤਾ, ਇਹ ਹੁਣ ਨਵੀਂ ਸਰਕਾਰ ਨੇ ਕਿਉਂ ਇਹ ਕੀਤਾ। ਪਰੰਤੂ ਕਿਉਂਕਿ ਜਿਵੇਂ ਕਹਿੰਦੇ ਨੇ ਵੀ ਲੰਘ ਜਵੇ ਤਾਂ ਹਾਥੀ ਲੰਘ ਜਾਂਦਾ ਤੇ ਫਸ ਜਾਵੇ ਤਾਂ ਪੂਛ ਵੀ ਫਸ ਜਾਂਦੀ ਹੈ, ਕਿਉਂਕਿ ਹੁਣ ਸਰਕਾਰ ਨੂੰ ਇਹ ਲੱਗਿਆ ਹੋਏਗਾ ਕਿ ਇਹਨਾਂ ਤੋਂ ਇਹਨਾਂ ਦੇ ਰਾਜਸੀ ਨਿਸ਼ਾਨੇ ਕੀ ਨੇ ਤੇ ਰਾਜਸੀ ਮੋਟਿਵ ਕੀ ਹੈ ਸਰਕਾਰ ਨੇ। ਇਸ ਕਰਕੇ ਉਹ ਨਿਯਮਾਂ ਦੇ ਮੁਤਾਬਕ ਆਪਣੀ ਜਿਹੜੀ ਸਰਕਾਰ ਦਾ ਜਿਹੜਾ ਰੂਪ ਹੁੰਦਾ ਹੈ, ਸਰਕਾਰ ਪਾਸ ਜਿਹੜੀ ਸ਼ਕਤੀ ਹੁੰਦੀ ਹੈ, ਉਹ ਉਹਨਾਂ ਨੇ ਦਿਖਾ ਦਿੱਤੀ ਹੈ। ਜੀ ਪਿੰਡਰ ਸਾਹਿਬ। ਡਾਕਟਰ ਸਾਹਿਬ, ਤੁਸੀਂ ਇੱਕ ਬੜੀ ਵੱਡੀ ਗੱਲ ਕਹਿ ਦਿੱਤੀ ਹੈ ਕਿ ਸਰਕਾਰਾਂ ਕਈ ਵਾਰ ਨਾਟਕ ਕਰਦੀਆਂ ਹੁੰਦੀਆਂ ਨੇ। ਨਾਟਕ ਤਾਂ ਖੈਰ ਨਾਟਕਾਰਾਂ ਦਾ ਹੀ ਕੰਮ ਹੈ, ਸਰਕਾਰਾਂ ਤਾਂ ਕਈ ਵਾਰ ਦੇਖਦੀਆਂ ਨੇ ਕੀ ਮਸਲਾ ਹੈ। ਤੇ ਡਾਕਟਰ ਸਾਹਿਬ ਦੱਸਿਓ, ਸਰਕਾਰ ਨੂੰ ਇਸ ਅਜਿਹੇ ਮਾਮਲੇ ਦੇ ਵਿੱਚ ਦਿੱਕਤ ਕਿਉਂ ਹੈ, ਜਦੋਂ ਕਿ ਤੁਸੀਂ ਦੱਸ ਹੀ ਰਹੇ ਹੋ ਕਿ ਹਰਗੋਬਿੰਦ ਕੌਰ ਕਹਿ ਰਹੀ ਹੈ ਕਿ ਹੁਣ ਨਹੀਂ ਸਰਪੰਚ ਬਣੀਆਂ ਆਂਗਣਵਾੜੀ ਬੀਬੀਆਂ, ਪਿਛਲੇ ਸਮੇਂ ਤੋਂ ਕਈ ਕਾਰਜਕਾਲਾਂ ਤੋਂ ਜਾਣੀ ਕਿ ਸਰਪੰਚ ਬਣਦੀਆਂ ਰਹੀਆਂ ਨੇ ਤੇ ਪਿਛਲੀਆਂ ਸਰਕਾਰਾਂ ਨੂੰ ਕਦੇ ਅਜਿਹਾ ਇਤਰਾਜ਼ ਨਹੀਂ ਹੋਇਆ। ਹੁਣ ਵਾਲੀ ਸਰਕਾਰ ਨੂੰ ਫਿਰ ਇਤਰਾਜ਼ ਕਿਸ ਤਰ੍ਹਾਂ ਦਾ ਕਿਉਂ ਹੈ? ਜੀ ਡਾਕਟਰ ਸਾਹਿਬ। ਪਿੰਡਰ ਸਾਹਿਬ, ਜਿਸ ਤਰ੍ਹਾਂ ਕਿ ਮੈਂ ਤੁਹਾਨੂੰ ਦੱਸਿਆ, ਪਹਿਲਾਂ ਦੱਸ ਚੁੱਕੇ ਹਾਂ ਵੀ ਜਿਹੜੀ ਆਂਗਣਵਾੜੀ ਵਰਕਰ ਯੂਨੀਅਨ ਹੈ, ਇਹ ਬਹੁਤ ਪ੍ਰਭਾਵਸ਼ਾਲੀ ਯੂਨੀਅਨ ਬਣ ਚੁੱਕੀ ਸੀ। ਇਹਨਾਂ ਦੀ ਪਿੰਡਾਂ ਦੇ ਵਿੱਚ ਹੀ ਇਹਨਾਂ ਨੇ ਕਾਰਜ ਕਰਨਾ, ਜਾਂ ਸ਼ਹਿਰਾਂ ਦੇ ਵਿੱਚ ਜਿਹੜੀਆਂ ਇਕਾਈਆਂ ਨੇ, ਲੋਕਾਂ ਤੱਕ ਇਹਨਾਂ ਦੀ ਪਹੁੰਚ ਹੁੰਦੀ ਹੈ, ਹਰੇਕ ਜਗ੍ਹਾ ਤੇ ਇਹਨਾਂ ਦਾ ਨੈਟਵਰਕ ਹੈ। ਤੇ ਹੁਣ ਜਦੋਂ ਇਹਨਾਂ ਨੇ ਐਫੀਲੀਏਸ਼ਨ ਦੀ ਬਜਾਏ ਇਹਨਾਂ ਨੇ ਸਿੱਧੀ ਪਾਰਟੀ ਉਹ ਜੁਆਇਨ ਕਰ ਲਈ ਹੈ, ਤਾਂ ਇਹਦਾ ਪ੍ਰਭਾਵ ਸਰਕਾਰ ਨੂੰ ਗਿਆ ਵੀ ਤਾਂ ਬਿਲਕੁਲ ਇੱਕ ਪਾਰਟੀ ਦੇ ਵਿੱਚ ਸ਼ਾਮਲ ਹੋ ਚੁੱਕੇ ਨੇ। ਉਹਨਾਂ ਦੇ ਲਈ ਇੱਕ ਚੈਲੰਜ ਮੰਨ ਲਿਆ ਸਰਕਾਰ ਨੇ, ਜਾਂ ਆਪਣੇ ਆਪ ਦੇ ਵਿੱਚ ਸਰਕਾਰ ਨੇ ਇਹਨੂੰ ਇੱਕ ਵੱਡਾ ਗੰਭੀਰ ਕੁਤਾਹੀ ਮੰਨ ਕੇ ਇਹਦਾ ਨੋਟਿਸ ਲਿਆ। ਤੇ ਸਰਕਾਰ ਨੂੰ ਇਹ ਲੱਗਿਆ ਵੀ ਆਉਣ ਵਾਲੇ ਸਮੇਂ ਦੇ ਵਿੱਚ ਇਹ ਕਿਸ ਤਰ੍ਹਾਂ ਦਾ ਕਿਤੇ ਹੋਰ ਗਲਤ ਰੂਪ ਅਖਤਿਆਰ ਨਾ ਕਰ ਜਾਵੇ। ਸਰਕਾਰ ਇਸ ਲਈ, ਜਿਵੇਂ ਕਹਿੰਦੇ ਨੇ, ਸਹੇ ਦੀ ਨਹੀਂ ਤੇ ਪਹੇ ਦੀ ਫਿਕਰ ਪਿਆ ਹੁੰਦਾ, ਇਸ ਕਰਕੇ ਸਰਕਾਰ ਨੇ ਇਸ ਤਰ੍ਹਾਂ ਦਾ ਐਕਸ਼ਨ ਲੈਣ ਦੀ ਕੋਸ਼ਿਸ਼ ਕੀਤੀ। ਡਾਕਟਰ ਸਾਹਿਬ, ਇਸ ਮਾਮਲੇ ਦੇ ਉੱਤੇ ਜਿਨ੍ਹਾਂ ਸਰਪੰਚਾਂ ਨੂੰ ਨੋਟਿਸ ਗਏ ਨੇ ਜਾਂ ਜਾ ਰਹੇ ਨੇ, ਉਹਨਾਂ ਵੱਲੋਂ ਸਰਕਾਰ ਨੂੰ ਹੁਣ ਜਵਾਬਨਾਮਾ ਵੀ ਦਾਇਰ ਕੀਤਾ ਜਾ ਰਿਹਾ, ਉਹ ਕੀ ਤਰਕ ਦੇ ਰਹੇ ਨੇ? ਕੀ ਸਰਕਾਰ ਉਹਨਾਂ ਦੇ ਤਰਕ ਉੱਤੇ ਜਾਨੀ ਕਿ ਵਾਪਸ ਮੁੜੇਗੀ ਜਾਂ ਉਹਨਾਂ ਨੂੰ ਮੰਨੇਗੀ? ਜੀ ਡਾਕਟਰ ਸਾਹਿਬ। ਇਹ ਆਪਾਂ ਕਿਆਸ ਹੀ ਕਰ ਸਕਦੇ ਹਾਂ। ਹਾਲੇ ਉਹ ਤਰਕ ਇਹੀ ਦੇ ਰਹੇ ਨੇ ਵੀ ਅਸੀਂ ਕੋਈ, ਕਿਉਂਕਿ ਸਰਪੰਚਾਂ ਨੂੰ ਕੋਈ ਮਾਣ ਭੱਤਾ ਨਹੀਂ ਮਿਲਦਾ ਤੇ ਇੱਕ ਸੇਵਾ ਵਾਲਾ ਕਾਰਜ ਹੈਗਾ, ਇਹ ਇਸ ਪੱਖ ਤੋਂ ਕਹਿ ਰਹੇ ਨੇ। ਪਰੰਤੂ ਸਰਕਾਰ ਦਾ ਮੰਨਣਾ ਹੈ
ਕਿ ਸਰਪੰਚਾਂ ਦੀ ਇੱਕ ਚੋਣ ਹੁੰਦੀ ਆ, ਬਾਕਾਇਦਾ ਪ੍ਰਕਿਰਿਆ ਦੇ ਵਿੱਚੋਂ ਲੰਘਦੇ ਨੇ, ਤੇ ਉਹਨਾਂ ਦੀ ਜਿਹੜੇ ਉਹਦੇ ਨਾਲ ਬਹੁਤ ਸਾਰੀਆਂ ਹੋਰ ਸਹੂਲਤਾਂ ਜੁੜੀਆਂ ਹੋਈਆਂ ਨੇ, ਬਹੁਤ ਸਾਰਾ ਹੋਰ ਕਾਰਜ ਜੁੜੇ ਹੋਏ ਨੇ, ਹੋਰ ਫੰਡਾਂ ਦੀ ਉਹ ਜੁੜੀ ਹੋਈ ਹੈ। ਤੇ ਇਹ ਇਸ ਕਰਕੇ ਇਹ ਇੱਕ ਕੰਡਕਟ ਦਾ ਮਾਮਲਾ ਬਣਦਾ ਹੈ। ਸਰਕਾਰ ਨੇ ਇਸ ਦੇ ਕਰਕੇ ਹੀ ਇਹ ਤਰਕ ਦਿੱਤਾ ਕਿ 2 ਅਹੁਦਿਆਂ ਦੇ ਉੱਪਰ ਇੱਕ ਵਿਅਕਤੀ ਨਹੀਂ ਰਹਿ ਸਕਦਾ। ਇਹਦੇ ਲਈ ਵਿਭਾਗੀ ਨਿਯਮ ਨੇ, ਵਿਭਾਗ ਦੇ ਵੱਲੋਂ ਆਪਣੀਆਂ ਨਿਯਮ ਬਣਾਏ ਜਾਂਦੇ ਨੇਗੇ, ਹਰੇਕ ਵਿਭਾਗ ਦੇ ਹੁੰਦੇ ਨੇ ਵੀ ਕਿਸ ਤਰ੍ਹਾਂ ਦਾ ਉਹਨਾਂ ਦਾ ਕੰਡਕਟ ਹੋਵੇ, ਕਿਸ ਤਰ੍ਹਾਂ ਦਾ ਹੋਵੇ, ਉਹਦੇ ਤਹਿਤ ਉਹ ਉਹਨਾਂ ਨੂੰ ਕਾਰਵਾਈ ਕਰਨ ਦੀ ਯੋਜਨਾ ਬਣਾਈ ਹੋਈ ਹੈ, ਤੇ ਇਹੀ ਉਹਨਾਂ ਦੇ ਨੋਟਿਸ ਦਿੱਤੇ ਗਏ ਨੇ। ਜੀ ਪਿੰਡਰ ਸਾਹਿਬ, ਇਹਦੇ ਵਿੱਚ ਸਵਾਲ ਇੱਕ ਉਪਜਰਿਆ, ਆਪਾਂ ਪਹਿਲਾਂ ਸ਼ੁਰੂਆਤ ਦੇ ਵਿੱਚ ਜ਼ਿਕਰ ਵੀ ਕੀਤਾ ਹੈ ਕਿ ਜਿਹੜਾ ਪੰਚਾਇਤਾਂ ਦੀ ਜਿਹੜੀ ਮਿਆਦ ਹੈ ਪੁੱਗਣ ਕਿਨਾਰੇ ਆ, ਕੁਝ ਮਹੀਨੇ ਹੀ ਬਾਕੀ ਹੈ, ਤੇ ਅਜਿਹੇ ਦੌਰਾਨ ਕੀ ਇਹ ਸਾਰਾ ਕੁਝ ਮਾਮਲਾ ਵਾਜਬ ਰਹੇਗਾ? ਦੂਜੇ ਬੰਨੇ ਕੀ ਇਹ ਫਿਰ ਮਾਮਲਾ ਘੁੰਮ ਘਮਾ ਕੇ ਅਦਾਲਤੀ ਪ੍ਰਕਿਰਿਆਵਾਂ ਦੇ ਵਿੱਚ ਵੀ ਜਾ ਪੁੱਜੇਗਾ? ਜੀ ਡਾਕਟਰ ਸਾਹਿਬ। ਦੋਨੇ ਸੁਭਾਵਨਾਵਾਂ ਨੇ ਪਿੰਡਰ ਸਾਹਿਬ। ਇੱਕ ਤਾਂ ਇਹ ਆ ਵੀ ਜੇ ਹੁਣ ਸਰਕਾਰ ਇਹਨੂੰ ਬਿਲਕੁਲ ਅਣਡਿੱਠ ਕਰਦੀ ਸੀ ਤਾਂ ਸਰਕਾਰ ਦੇ ਲਈ ਬੜੀ ਉਹ ਸੀ, ਕਿਉਂਕਿ ਜਦੋਂ ਕਿ ਸਿੱਧਾ ਉਹਨਾਂ ਨੇ ਹਰਗੋਬਿੰਦ ਕੌਰ ਅਤੇ ਉਹਨਾਂ ਦੀਆਂ ਹੋਰ ਸਹਿਯੋਗੀ ਮੈਂਬਰਾਂ ਨੂੰ ਜਿਹੜੀਆਂ ਨੇ ਪਾਰਟੀ ਦੇ ਵਿੱਚ ਜੁਆਇਨ ਕੀਤਾ, ਉਹਨਾਂ ਨੂੰ ਨੋਟਿਸ ਜਾਰੀ ਕੀਤੇ ਨੇ। ਇਹ ਵੀ ਹੋ ਸਕਦਾ ਹੈ ਕਿ ਅੰਦਰੋਂ ਹੀ ਕਈ ਵਾਰ ਹੁੰਦਾ ਵੀ ਉਹਨੂੰ ਨੋਟਿਸ ਹੋ ਗਿਆ ਤੇ ਉਹ ਆਹ ਕੰਮ ਕਰ ਰਹੇ ਨੇ, ਇਸ ਤਰ੍ਹਾਂ ਵੀ ਸਰਕਾਰ ਦੇ ਵਿੱਚ ਸ਼ਿਕਾਇਤਾਂ ਗਈਆਂ ਹੋਣਗੀਆਂ, ਪਿੰਡਾਂ ਦੇ ਵਿੱਚੋਂ ਵੀ ਗਈਆਂ ਹੋਣਗੀਆਂ, ਹੋਰ ਵੀ ਹੋਏਗਾ, ਇਸ ਕਾਰਨ ਵੀ ਇਹ ਮਾਮਲਾ ਭਖਿਆ। ਤੇ ਦੂਸਰਾ, ਇਹ ਜਿਸ ਤਰ੍ਹਾਂ ਲੱਗ ਰਿਹਾ ਇਹ ਮਾਮਲਾ ਕੋਰਟਾਂ ਦੇ ਉਹਦੇ ਵਿੱਚ ਜਾਏਗਾ, ਕੋਰਟਾਂ ਦੇ ਵਿੱਚ ਜਾਣਗੇ, ਕਿਉਂਕਿ ਜਿੱਥੇ ਕਈ ਵਾਰ ਕਈ ਨਿਯਮ ਦੇ ਵਿੱਚ, ਕਈ ਰੂਲਾਂ ਦੇ ਵਿੱਚ ਜਿੱਥੇ ਵੇਗ ਹੁੰਦਾ, ਪੂਰੀ ਸਪਸ਼ਟਤਾ ਨਹੀਂ ਹੁੰਦੀ ਜਾਂ ਕਲੈਰਿਟੀ ਨਹੀਂ ਹੈ, ਉਸ ਕਰਕੇ ਉਹ ਕਾਨੂੰਨ ਦੇ ਵਿੱਚ ਦਾਇਰੇ 'ਚ ਆ ਜਾਂਦਾ ਤੇ ਉਹ ਹਾਈ ਕੋਰਟ ਦੇ ਵਿੱਚ ਵੀ ਚਲਿਆ ਜਾਏਗਾ ਜਾਂ ਕੋਰਟਾਂ ਦੇ ਵਿੱਚ ਜਾਏਗਾ। ਇਹ ਮਾਮਲੇ ਦੀਆਂ ਸੰਭਾਵਨਾਵਾਂ ਲੱਗਦੀਆਂ ਨੇ। ਡਾਕਟਰ ਸਾਹਿਬ, ਇਹ ਵੀ ਦੱਸਿਆ ਜਾ ਰਿਹਾ ਹੈ ਕਿ ਆਮ ਤੌਰ ਤੇ ਇਹ ਦੋਸ਼ ਲੱਗਦੇ ਆ ਕਿ ਸਰਪੰਚ ਜਿੱਥੇ ਮਹਿਲਾ ਹੁੰਦੀ ਹੈ ਉੱਥੇ ਉਹਦਾ ਘਰ ਵਾਲਾ ਜਾਂ ਬਾਕੀ ਪਰਿਵਾਰ ਦੇ ਹੋਰ ਜੀ ਸਰਪੰਚੀ ਦਾ ਆਨੰਦ ਮਾਣਦੇ ਆ, ਤੇ ਸੁਣਨ ਦੇ ਵਿੱਚ ਇਹ ਵੀ ਵੱਡੇ ਪੱਧਰ ਉੱਤੇ ਆਇਆ ਕਿ ਜਿੱਥੇ ਆਂਗਣਵਾੜੀ ਬੀਬੀਆਂ ਸਰਪੰਚ ਸਨ ਤਾਂ ਉਹਨਾਂ ਨੇ ਖੁਦ ਜਿਹੜੀ ਸਾਰੀ ਜ਼ਿੰਮੇਵਾਰੀ ਆਪ ਹੀ ਸੰਭਾਲੀ ਹੋਈ ਸੀ, ਕਿਉਂਕਿ ਜਿੱਥੇ ਉਹ ਪਹਿਲਾਂ ਛੋਟੇ ਬੱਚਿਆਂ ਦਾ ਕਾਰਜ ਜਾਂ ਸਰਕਾਰ ਦੀਆਂ ਹੋਰ ਸਕੀਮਾਂ ਉਹਨਾਂ ਦੇ ਥਰੂ ਅੱਗੇ ਪਿੰਡਾਂ ਵਾਲਿਆਂ ਤੱਕ ਪਹੁੰਚਦੀਆਂ ਨੇ, ਤਾਂ ਉੱਥੇ ਜਿਹੜੀਆਂ ਆਪਣੀਆਂ ਉਹ ਸਰਪੰਚੀ ਦੀਆਂ ਸੇਵਾਵਾਂ ਸਨ ਉਹ ਵੀ ਬਿਹਤਰ ਢੰਗ ਦੇ ਨਾਲ ਨਿਭਾ ਰਹੀਆਂ ਸਨ। ਜੀ ਡਾਕਟਰ ਸਾਹਿਬ। ਡਾਕਟਰ ਸਾਹਿਬ, ਉਹ ਤਾਂ ਠੀਕ ਹੈ, ਪਰ ਕਿਉਂਕਿ ਆਂਗਣਵਾੜੀ ਵਰਕਰ ਜਿਹੜੀ ਇੱਕ ਵਿਭਾਗ ਦੇ ਵੱਲੋਂ ਇੱਕ ਨੈਟਵਰਕ ਬਣਾਇਆ ਗਿਆ, ਸਰਕਾਰ ਵੱਲੋਂ ਸਕੀਮਾਂ ਆ ਰਹੀਆਂ ਨੇ, ਉਹਨਾਂ ਦੀ ਡਿਸਟ੍ਰੀਬਿਊਸ਼ਨ ਕਰਨੀ ਹੈ, ਪਾਰਦਰਸ਼ੀ ਢੰਗ ਨਾਲ ਕਰਨੀ ਹੈ ਤੇ ਹਰੇਕ ਵਿਅਕਤੀ ਤੱਕ ਪਹੁੰਚ ਕਰਕੇ ਕਰਨੀ ਹੈ, ਨਾ ਕਿ ਇੱਕ ਪਾਸੇ ਦਾ ਹੋਇਆ। ਜਦੋਂ ਸਰਪੰਚ ਬਣ ਜਾਂਦਾ ਪਿੰਡਾਂ ਦੇ ਵਿੱਚ, ਤੁਹਾਨੂੰ ਪਤਾ ਹੈ ਧੜੇਬਾਜ਼ੀ ਹੁੰਦੀ ਹੈ, ਧੜੇਬੰਦੀ ਹੁੰਦੀ ਹੈ, ਉਹ ਦੂਸਰਿਆਂ ਦੇ ਨਾਲ ਵਿਤਕਰਾ ਵੀ ਹੋਊਗਾ ਤੇ ਆਂਗਣਵਾੜੀ ਵਰਕਰ ਆਪਣੇ ਉਸ ਫਰਜ਼ ਤੋਂ ਵੀ ਭੱਜਦਾ ਲੱਗੇਗਾ। ਤੇ ਦੂਸਰਾ ਇਹ ਹੈ, ਆਂਗਣਵਾੜੀ ਵਰਕਰਾਂ ਨੇ ਹੀ ਆਪਣਾ ਇੱਕ ਸਰਵੇ ਕਰਕੇ ਅੱਜ ਕੱਲ੍ਹ ਜਿਵੇਂ ਹੁਣ ਪਿੰਡਾਂ ਦੇ ਵਿੱਚ ਵੀ ਜਿਹੜੀ ਚੋਣ ਹੋ ਰਹੀ ਹੈ ਵਾਰਡਾਂ ਦੇ ਤੌਰ ਤੇ ਵਾਰਡਾਂ ਨੂੰ ਵੀ ਤੋੜ ਭੰਨ ਕਰਦੇ ਨੇ, ਉਹਦੇ ਵਿੱਚ ਵੀ ਬੜਾ ਕੁਝ ਹੁੰਦਾ ਤੇ ਮੌਕੇ ਤੇ ਸਰਪੰਚ ਵੀ ਇਸ ਤਰ੍ਹਾਂ ਦਾ ਕਰਾ ਜਾਂਦੇ ਨੇ ਜਿੱਥੇ ਆਪਣੇ ਵਿਰੋਧੀਆਂ ਨੂੰ ਠਿੱਬੀ ਲਾਉਣੀ ਹੁੰਦੀ ਹੈ। ਇਸ ਕਰਕੇ ਇਹ ਕਾਰਜ ਪਿੰਡਾਂ ਦੇ ਵਿੱਚ ਜਿਹੜੀ ਧੜੇਬਾਜ਼ੀ ਹੈ ਉਹਦੇ ਵੱਲੋਂ ਵੀ ਜ਼ਿਆਦਾ ਉਭਾਰਿਆ ਗਿਆ ਹੋਵੇਗਾ। ਜੀ ਪਿੰਡਰ ਸਾਹਿਬ, ਇਹ ਜਿਹੜੇ ਸਰਪੰਚਾਂ ਨੂੰ ਨੋਟਿਸ ਦਿੱਤੇ ਜਾ ਰਹੇ ਨੇ, ਕਹਿਣ ਦਾ ਭਾਵ ਕਿ ਜਿਹੜੀਆਂ ਬੀਬੀਆਂ ਆਂਗਣਵਾੜੀ ਵਰਕਰ ਨੇ ਸੇਵਾਵਾਂ ਦੇ ਰਹੀਆਂ ਨੇ ਸਰਕਾਰ ਨੂੰ, ਤਾਂ ਦੂਜੇ ਬੰਨੇ ਉਹ ਸਰਪੰਚ ਵੀ ਨੇ। ਅਜਿਹੇ ਸਾਰੇ ਮਾਮਲੇ ਉੱਤੇ ਜਿਹੜੀ, ਕਿਉਂਕਿ ਇਹ ਸਾਰਾ ਜਿਹੜਾ ਮਹਿਕਮਾ ਹੈ ਨਾ ਬੀਬੀਆਂ ਵਾਲਾ, ਆਂਗਣਵਾੜੀ ਵਰਕਰ ਜਾਂ ਹੈਲਪਰ ਵਾਲਾ, ਇਹ ਬੀਬੀ ਬਲਜੀਤ ਕੌਰ ਨੇ, ਡਾਕਟਰ ਬਲਜੀਤ ਕੌਰ, ਜਿਹੜੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਦੇ ਮੰਤਰੀ ਨੇ, ਉਹਨਾਂ ਵੱਲੋਂ ਇਸ ਮਾਮਲੇ ਉੱਤੇ ਕੋਈ ਮੀਡੀਆ ਰਿਪੋਰਟ ਸਾਹਮਣੇ ਆਈ ਹੋਵੇ? ਜੀ ਡਾਕਟਰ ਸਾਹਿਬ। ਡਾਕਟਰ ਬਲਜੀਤ ਕੌਰ ਜੀ ਦਾ ਇਹੋ ਹੀ ਕਹਿਣਾ ਹੈ ਕਿ ਬੇਸ਼ੱਕ ਉਹ ਸਮਾਜ ਸੇਵਾ ਕਰ ਰਹੀਆਂ ਨੇ, ਆਂਗਣਵਾੜੀ ਵਰਕਰ ਨੇ, ਤੇ ਇੱਧਰ ਉਹ ਸਰਪੰਚੀ, ਪਰ ਨਿਯਮ ਇਸ ਦੇ ਲਈ ਪਰਮਿਟ ਨਹੀਂ ਕਰਦੇ, ਨਿਯਮ ਆਗਿਆ ਨਹੀਂ ਦਿੰਦੇ। ਉਹਨਾਂ ਪਾਸ ਨਿਯਮ ਹੈਗੇ ਆ ਤਦ ਹੀ ਉਹਨਾਂ ਨੇ ਨੋਟਿਸ ਦਿੱਤੇ ਨੇ, ਕਿਉਂਕਿ ਇਹਦੇ ਲਈ ਨਿਯਮਾਂ ਦੀ ਪਾਲਣਾ ਕਰਨੀ, ਹਦਾਇਤਾਂ ਦੀ ਪਾਲਣਾ ਕਰਨੀ ਬਹੁਤ ਜ਼ਰੂਰੀ ਹੈ। ਉਹਨਾਂ ਦਾ ਇਹੋ ਤਰਕ ਹੈ। ਤੇ ਦੂਸਰਾ, ਉਹਨਾਂ ਨੇ ਜਿਵੇਂ ਪਾਰਟੀ ਛੱਡ ਕੇ ਉੱਧਰ ਗਏ ਨੇ, ਉਹਦੇ ਬਾਰੇ ਵੀ ਉਹਨਾਂ ਨੇ ਨਿਯਮਾਂ ਦਾ ਹਵਾਲਾ ਦਿੱਤਾ। ਮਤਲਬ ਕਿ ਸਰਕਾਰ ਇਸ ਮਾਮਲੇ ਦੇ ਉੱਤੇ ਸਿੱਧੀ ਹੈ, ਤਿੱਖੀ ਹੈ ਕਿ ਜਾਂ ਤਾਂ ਤੁਸੀਂ ਅਸਤੀਫੇ ਦੇ ਕੇ ਆਂਗਣਵਾੜੀ ਜਿਹੜਾ ਵਰਕਰ ਹੈ ਇਹਨੂੰ ਕੰਮ ਨੂੰ ਛੱਡੋ ਤੇ ਸਰਕਾਰ ਦੀਆਂ ਜਿਹੜੀਆਂ ਪੰਚਾਇਤ ਦੀਆਂ ਸੇਵਾਵਾਂ ਨੇ ਉੱਧਰ ਆਪਣੀਆਂ ਸੇਵਾਵਾਂ ਅਰਪਿਤ ਕਰਿਓ, ਤੇ ਜਾਂ ਫਿਰ ਤੁਸੀਂ ਆਂਗਣਵਾੜੀ ਵਰਕਰ ਜਾਂ ਸਰਪੰਚ ਦੋਨਾਂ ਦੇ ਵਿੱਚੋਂ ਕੋਈ ਇੱਕ ਕਾਰਜ ਨੂੰ ਜਾਰੀ ਰੱਖਿਓ। ਕਹਿੰਦਾ ਭਾਵ ਕਿ ਜੇਕਰ ਹੁਣ ਇਹ ਮਾਮਲਾ ਕਿਸੇ ਤਣਪੱਤਣ ਲੱਗਦਾ ਹੈ ਤਾਂ ਜਿਹੜੀਆਂ ਅਗਲੇ ਕਾਰਜਕਾਲ ਦੀਆਂ ਪੰਚਾਇਤੀ ਚੋਣਾਂ ਹੋਣਗੀਆਂ
ਉਹਦੇ ਵਿੱਚ ਇਹ ਗੱਲ ਸਰਕਾਰ ਗੰਭੀਰਤਾ ਨਾਲ ਵੇਖੇਗੀ, ਪਰਖੇਗੀ ਕਿ ਕੋਈ ਆਂਗਣਵਾੜੀ ਬੀਬੀ ਜਿਹੜੀ ਹੈ ਵਰਕਰ ਜਾਂ ਹੈਲਪਰ ਉਹ ਚੋਣ ਨਾ ਲੜ ਸਕੇ। ਅਜਿਹੇ ਦੇ ਵਿੱਚ ਕੋਈ ਅਗਾਊਂ ਫੈਸਲਾ ਪ੍ਰਬੰਧ ਵੀ ਕਰ ਸਕਦੀ ਹੈ। ਜੀ ਡਾਕਟਰ ਸਾਹਿਬ। ਬਿਲਕੁਲ ਜੀ, ਇਹਦੇ ਬਾਰੇ ਸਰਕਾਰ ਪਹਿਲਾਂ ਹਦਾਇਤਾਂ ਜਾਰੀ ਕਰੇਗੀ ਅਤੇ ਜੋ ਵੀ ਕੈਂਡੀਡੇਟ ਇਲੈਕਸ਼ਨ ਲੜਨਾ ਚਾਹੁਣਗੇ ਉਹਨਾਂ ਤੋਂ ਇਸ ਤਰ੍ਹਾਂ ਦਾ ਲਿਖਾ ਕੇ ਲਿਆ ਜਾਏਗਾ, ਐਫੀਡੈਵਿਟ ਲਿਆ ਜਾਏਗਾ, ਮੈਂ ਕਿਸੇ ਹੋਰ ਅਹੁਦੇ ਤੇ ਜਾਂ ਹੋਰ ਕਾਰਜ ਨਹੀਂ ਕਰ ਰਿਹਾ ਤੇ ਹੋਰ ਕੋਈ ਮੇਰੀ ਡਿਊਟੀ ਨਹੀਂ ਹੈ। ਉਹਦੇ ਲਈ ਜਿਸ ਤਰ੍ਹਾਂ ਕਿ ਸਵੈ ਘੋਸ਼ਣਾ ਲਿਆ ਜਾਂਦਾ ਹੈ, ਇਸ ਤਰ੍ਹਾਂ ਦੀ ਕੋਈ ਪ੍ਰਬੰਧ ਕਰਨਗੇ ਸਰਕਾਰ ਇਸ ਦੇ ਲਈ, ਜਿਵੇਂ ਗੰਭੀਰ ਹੋਈ ਹੈ ਅਤੇ ਚੇਤੰਨ ਹੋਈ ਹੈ, ਇਸ ਦੇ ਲਈ ਇਹ ਪੂਰੀ ਤਰ੍ਹਾਂ ਬੰਨ ਨੂੰ ਬੰਨਿਆ ਜਾਏਗਾ। ਜੀ ਪਿੰਡਰ ਸਾਹਿਬ। ਦੂਜਾ ਪਹਿਲੂ ਡਾਕਟਰ ਸਾਹਿਬ ਇਹ ਵੀ ਹੈ ਕਿ ਕਿਉਂਕਿ ਆਂਗਣਵਾੜੀ ਵਰਕਰ ਯੂਨੀਅਨ, ਤੁਸੀਂ ਪਹਿਲਾਂ ਖੁਲਾਸਾ ਕੀਤਾ ਹੀ ਹੈ ਕਿ ਬੜੀ ਪ੍ਰਭਾਵਸ਼ਾਲੀ ਹੈ, ਤਾਂ ਯੂਨੀਅਨ ਫਿਰ ਅਜਿਹੇ ਮਾਮਲੇ ਦੇ ਉੱਤੇ ਕੋਈ ਆਪਣਾ ਸਟੈਂਡ ਵੀ ਰੱਖੇਗੀ, ਕੋਈ ਪੱਖ ਰੱਖੇਗੀ, ਕੋਈ ਤਰਕ, ਕੋਈ ਦਲੀਲ। ਕਿਉਂਕਿ ਜੇਕਰ ਮਾਮਲਾ ਕੋਰਟ ਕਚਹਿਰੀ ਦੇ ਵਿੱਚ ਜਾਂਦਾ ਹੈ ਤਾਂ ਫਿਰ ਮਾਮਲਾ ਹੋਰ ਵੀ ਟੇਢਾ ਹੋ ਸਕਦਾ ਹੈ। ਚੋਣ ਅਜਿਹੀਆਂ ਬੀਬੀਆਂ ਲੜ ਸਕਣ ਜਾਂ ਨਾ ਲੜ ਸਕਣ, ਇਹ ਸਾਰੀ ਪ੍ਰਕਿਰਿਆਵਾਂ ਦਾ ਜਿਹੜਾ ਮਾਮਲਾ ਹੈ ਉਹ ਵੀ ਅਗਲੇ ਸਮੇਂ ਬੜੇ ਟੇਢੇ ਮੋੜ ਉੱਤੇ ਜਾ ਪਹੁੰਚ ਸਕਦਾ ਹੈ। ਜੀ ਡਾਕਟਰ ਸਾਹਿਬ। ਬਿਲਕੁਲ ਜੀ, ਜਿਹੜੀ ਆਂਗਣਵਾੜੀ ਵਰਕਰ ਯੂਨੀਅਨ ਹੈ ਉਹ ਆਪਣਾ ਇਸ ਪ੍ਰਤੀ ਕੀ ਪੈਂਤੜਾ ਅਖਤਿਆਰ ਕਰਦੇ ਨੇ, ਕੀ ਉਹਨਾਂ ਨੇ ਆਪਣੀ ਲਾਈਨ ਆਫ ਐਕਸ਼ਨ ਹੋਏਗਾ, ਇਲੈਕਸ਼ਨ ਬਾਰੇ ਕੀ ਹੋਏਗਾ, ਤੇ ਕੋਰਟ ਦੇ ਵਿੱਚ ਜਾਂਦੇ ਨੇ ਤੇ ਫਿਰ ਇਹਦੀ ਕੋਰਟਾਂ ਇਹਦੀ ਕੀ ਵਿਆਖਿਆ ਦਿੰਦੀਆਂ ਨੇ, ਇਹ ਲੰਬੀ ਪ੍ਰਕਿਰਿਆ ਹੋਏਗੀ। ਇਸ ਦੇ ਸੰਦਰਭ ਦੇ ਵਿੱਚ ਜਾਂ ਸਰਕਾਰ ਇਹਦੇ ਬਾਰੇ ਕੀ ਸਟੈਂਡਿੰਗ ਆਰਡਰ ਕੀ ਜਾਰੀ ਕਰਦੀ ਹੈ, ਕਿਉਂਕਿ ਸਰਕਾਰ ਤਾਂ ਸਰਕਾਰ ਹੈ, ਉਹ ਨਵੀਆਂ ਹਦਾਇਤਾਂ ਵੀ ਜਾਰੀ ਕਰ ਸਕਦੀ ਹੈ, ਮੌਕੇ ਤੇ ਹਦਾਇਤਾਂ ਵੀ ਜਾਰੀ ਕਰ ਸਕਦੀ ਹੈ, ਸਮੇਂ ਦੀਆਂ परिस्थितियां के मुताबिक भी वो हदायतां जारी कर सकती है। सरकार के पास यही अख्तियारात हैगे ने ते वो जो भी जिस तरह भी चाहे तो कर सकती है सरकार, फिर भी नियमां अनुसार ਇਹਦਾ ਆਧਾਰ ਬਣਾ ਕੇ ਜਾਂ ਕਾਨੂੰਨੀ ਪਹਿਲੂਆਂ ਨੂੰ ਸਾਹਮਣੇ ਰੱਖ ਕੇ ਜਾਂ ਸਮਾਜਿਕ ਪਹਿਲੂਆਂ ਨੂੰ ਜਾਂ ਪਿੰਡਾਂ ਦੀ ਜਾਂ ਸ਼ਿਕਾਇਤਾਂ ਜਿਸ ਤਰ੍ਹਾਂ ਜਾ ਰਹੀਆਂ ਨੇ ਜਾਂ ਕੋਈ ਇਸ ਤਰ੍ਹਾਂ ਦੀਆਂ ਸਮੱਸਿਆਵਾਂ ਉਤਪੰਨ ਹੁੰਦੀਆਂ ਨੇ, ਸਰਕਾਰ ਉਹਦੇ ਸੰਬੰਧੀ ਆਪਣੀਆਂ ਹੋਰ ਵੀ ਹਦਾਇਤਾਂ ਜਾਰੀ ਕਰ ਸਕਦੀ। ਡਾਕਟਰ ਸਾਹਿਬ, ਇੱਕ ਸਵਾਲ ਹੋਰ ਉਪਜਦਾ ਹੈ ਕਿਉਂਕਿ ਇਸ ਗੱਲਬਾਤ ਦੇ ਵਿੱਚੋਂ ਜਿਹੜੀਆਂ ਪੰਚਾਇਤਾਂ ਨੇ ਉਹਨਾਂ ਕੋਲ ਜਿਹੜੇ ਸਰਕਾਰੀ ਕਾਰਜ ਨੇ, ਯਾਨੀ ਕਿ ਸਰਕਾਰੀ ਸੇਵਾਵਾਂ ਉਹ ਅੱਗੇ ਹੇਠਲੇ ਪੱਧਰ ਤੇ ਲਿਜਾਉਣੀਆਂ ਉਹ ਇੱਕ ਫਰਜ਼ ਹੈ, ਡਿਊਟੀ ਹੈ, ਤੇ ਨਾਲ ਸਮਾਜ ਪ੍ਰਤੀ ਵੀ ਵੱਡੀਆਂ ਜ਼ਿੰਮੇਵਾਰੀਆਂ ਨੇ। ਜਿਵੇਂ ਪੰਜਾਬ ਦੇ ਵਿੱਚ ਨਸ਼ੇ ਦੀ ਬਿਮਾਰੀ ਹੈ, ਇੱਕ ਵਾਰ ਫਿਰ ਵੱਡੇ ਪੱਧਰ ਉੱਤੇ ਵੱਧ ਰਹੀ ਹੈ, ਜਾਂ ਹੋਰ ਕਈ ਸਮਾਜਿਕ ਅਲਾਮਤਾਂ, ਅਜਿਹੇ ਦੇ ਖਿਲਾਫ ਵੀ ਪੰਚਾਇਤਾਂ ਨੇ ਇੱਕ ਮੁਹਿੰਮ ਛੇੜਨੀ ਹੁੰਦੀ ਹੈ ਆਪੋ ਆਪਣੇ ਪਿੰਡ ਦੇ ਵਿੱਚ ਜਾਂ ਇਲਾਕਾ ਪੱਧਰ ਉੱਤੇ ਇਕੱਤਰ ਹੋ ਕੇ। ਪਰੰਤੂ ਵੇਖਣ ਦੇ ਵਿੱਚ ਜ਼ਿਆਦਾਤਰ ਇਹ ਹੈ ਕਿ ਪੰਚਾਇਤਾਂ ਅਜਿਹੇ ਕਾਰਜ ਤੋਂ ਤਕਰੀਬਨ ਪਿੱਛੇ ਰਹਿੰਦੀਆਂ ਨੇ, ਬਲਕਿ ਸਮਾਜਿਕ ਹੋਰ ਜਿਹੜੀਆਂ ਧਿਰਾਂ ਨੇ, ਕਲੱਬ ਨੇ, ਸਭਾਵਾਂ ਨੇ, ਉਹ ਇਸ ਕਾਰਜ ਦੇ ਵਿੱਚ ਅੱਗੇ ਹੋ ਕੇ ਵੱਧ ਕੇ ਕੰਮ ਕਰਦੀਆਂ ਨੇ। ਪਰੰਤੂ ਪੰਚਾਇਤਾਂ ਜਿਵੇਂ ਨੀਰਸ ਸੁਭਾਅ ਦੇ ਵਿੱਚ ਹੀ ਆਪਣਾ ਕਾਰਜਕਾਲ ਨਿਬੇੜ ਲੈਂਦੀਆਂ ਨੇ। ਹੁਣ ਵੀ ਦੇਖਿਆ ਕਿ ਪੰਚਾਇਤਾਂ ਦਾ ਵੱਲੋਂ ਜਿਹੜੇ ਸਮਾਜ ਪ੍ਰਤੀ ਹੋਰ ਜ਼ਿੰਮੇਵਾਰੀਆਂ ਦੇ ਫਰਜ਼ ਨੇ ਉਹ ਉਸ ਪੱਧਰ ਨਹੀਂ ਨਿਭਾਏ ਜਾ ਰਹੇ। ਜੀ ਡਾਕਟਰ ਸਾਹਿਬ। ਪਿੰਡਰ ਸਾਹਿਬ, ਕਾਰਨ ਦੋ ਤਿੰਨ ਨੇ। ਵੈਸੇ ਤਾਂ ਜਿਹੜੀ ਪੰਚਾਇਤੀ ਰਾਜ ਦੀ ਮਤਲਬ ਬੁਨਿਆਦ ਰੱਖੀ ਗਈ ਸੀ ਭਾਰਤੀ ਸੰਵਿਧਾਨ ਦੇ ਵਿੱਚ ਹੈ ਵੀ ਇਹ ਗ੍ਰਾਸ ਰੂਟ ਡੈਮੋਕ੍ਰੇਸੀ ਹੈ, ਲੋਕਾਂ ਦੇ ਘਰਾਂ ਤੱਕ ਡੈਮੋਕ੍ਰੇਸੀ ਦੀ ਪਹੁੰਚ ਕਰਨੀ ਹੈ। ਪਰੰਤੂ ਦੇਖਣ ਦੇ ਵਿੱਚ ਇਹ ਆਉਂਦਾ ਪ੍ਰੈਕਟੀਕਲੀ ਬਹੁ ਗਿਣਤੀ ਸਰਪੰਚਾਂ ਨੂੰ ਆਪਣੇ ਅਧਿਕਾਰਾਂ ਦਾ ਨਹੀਂ ਪਤਾ ਹੁੰਦਾ, ਆਪਣੀਆਂ ਸ਼ਕਤੀਆਂ ਦਾ ਹੀ ਨਹੀਂ ਪਤਾ ਹੁੰਦਾ ਉਹਨਾਂ ਨੂੰ, ਤਾਂ ਸ਼ਕਤੀਆਂ ਕੋਈ ਹੋਰ ਵਰਤ ਜਾਂਦਾ। ਕਈ ਜਗ੍ਹਾ ਤੇ ਅਜਿਹਾ ਵੀ ਹੁੰਦਾ ਜਿਹੜਾ ਪੰਚਾਇਤ ਸੈਕਟਰੀ ਆ ਉਹੀ ਇੰਨਾ ਪਾਵਰਫੁਲ ਹੋ ਜਾਂਦਾ, ਸਰਪੰਚ ਉੱਥੇ ਜਿੱਥੇ ਕਹਿੰਦਾ ਉੱਥੇ ਅੰਗੂਠਾ ਲਾ ਦਿੰਦੇ ਨੇ, ਜਿੱਥੇ ਕਹਿੰਦਾ ਉੱਥੇ ਮੋਹਰ ਲਾ ਦਿੰਦੇ ਨੇ। ਕਈ ਵਾਰ ਪੋਲੀਟੀਸ਼ੀਅਨ ਜਾਂ ਉੱਥੋਂ ਦੇ ਹਲਕੇ ਦੇ MLA ਜਾਂ MP ਹੀ ਇਸ ਤਰ੍ਹਾਂ ਦੀਆਂ ਕਾਰਵਾਈਆਂ ਕਰ ਜਾਂਦੇ ਨੇ। ਕਈ ਵਾਰੀ ਪੰਚਾਇਤਾਂ ਨੂੰ ਇਹ ਵੀ ਨਹੀਂ ਪਤਾ ਲੱਗਦਾ ਉਹਨਾਂ ਦਾ ਜੋ ਗ੍ਰਾਂਟ ਦਾ ਚੈੱਕ ਆਇਆ ਹੁੰਦਾ ਉਹ ਕਿਧਰੇ ਦੀ ਕਿਧਰੇ ਹੋਰੇ ਹੋ ਜਾਂਦਾ, ਬਸ ਉਹਨਾਂ ਦੀ ਹਾਜ਼ਰੀ ਲੱਗਦੀ ਹੈ ਤੇ ਫੰਡਾਂ ਦੀ ਜਿਸ ਤਰ੍ਹਾਂ ਕਿ ਦੁਰਵਰਤੋਂ ਹੁੰਦੀ ਹੈ ਜਾਂ ਪੰਚਾਇਤੀ ਰਾਜ ਵਾਸਤੇ ਜੋ ਗ੍ਰਾਂਟਾਂ ਆਈਆਂ ਹੋਈਆਂ ਉਹਨਾਂ ਦੀ ਦੁਰਵਰਤੋਂ ਹੁੰਦੀ ਹੈ ਉਹ ਸਾਹਮਣੇ ਹੀ ਆ। ਉਹ ਬਾਅਦ ਦੇ ਵਿੱਚ ਜਦੋਂ ਵਿਜੀਲੈਂਸ ਦੀਆਂ ਇਨਕੁਆਰੀਆਂ ਹੁੰਦੀਆਂ ਨੇ ਜਾਂ ਹੋਰ ਪੜਤਾਲਾਂ ਹੁੰਦੀਆਂ ਨੇ ਉਹ ਫੰਡ ਕੋਈ ਹੋਰ ਦੀ ਹੋਰ ਵੰਡੀਆਂ ਪੈ ਜਾਂਦੀਆਂ ਨੇਗੀਆਂ। ਇਹਦਾ ਕਾਰਨ ਇਹ ਆ ਵੀ ਉਹਨਾਂ ਦੀ ਅਗਿਆਨਤਾ ਅਤੇ ਉਹਨਾਂ ਨੂੰ ਆਪਣੇ ਫਰਜ਼ਾਂ ਪ੍ਰਤੀ ਚੇਤਨਾ ਹੋਣ ਦੇ ਕਾਰਨ ਇਸ ਤਰ੍ਹਾਂ ਦੀਆਂ ਘਟਨਾਵਾਂ ਵੀ ਵਾਪਰੀਆਂ। ਕਈ ਵਾਰੀ ਧੜੇਬਾਜ਼ੀ ਵੀ ਹੁੰਦੀ ਹੈ, ਉਹ ਆਪਣੀ ਮੁਕੱਦਮੇਬਾਜ਼ੀ ਜੀ ਫਸ ਜਾਂਦੇ ਨੇ, ਉਹਨੂੰ ਪਤਾ ਨਹੀਂ ਹੁੰਦਾ। ਕਈ ਬੰਦੇ ਵਿਚਾਰੇ ਇਸ ਪੱਧਰ ਦੇ ਯੋਗ ਨਹੀਂ ਹੁੰਦੇ, ਉਹਨਾਂ ਦੀ ਆਪਣੀ ਪਰਸਨੈਲਿਟੀ ਨਹੀਂ ਹੁੰਦੀ। ਇਹ ਕਈ ਫੈਕਟਰ ਨੇ ਜਿਹੜੇ ਕਿ ਇਸ ਕਾਰਜ ਦੇ ਵਿੱਚ ਪੂਰੀ ਤਰ੍ਹਾਂ ਇਹਨੂੰ ਫਲਣ ਫੁੱਲਣ ਨਹੀਂ ਦੇ ਰਹੇ ਤੇ ਇਹ ਘੰਮਣ ਘੇਰੀ ਦੇ ਵਿੱਚ ਪੈ ਕੇ ਰਹਿ ਜਾਂਦਾ। ਜੀ ਪਿੰਡਰ ਸਾਹਿਬ। ਬਿਲਕੁਲ ਡਾਕਟਰ ਸਾਹਿਬ, ਤੁਸੀਂ ਜਿਹੜੀ ਗੱਲ ਕੀਤੀ ਹੈ ਕਿ ਸੈਕਟਰੀ ਕਾਫੀ ਪ੍ਰਭਾਵ ਰੱਖਦੇ ਨੇ ਪੰਚਾਇਤਾਂ ਉੱਤੇ,
ਅਕਸਰ ਹੀ ਦੇਖਿਆ ਕਿ ਸੈਕਟਰੀ ਪੰਚਾਇਤਾਂ ਦੀ ਕਾਫੀ ਊਠਕ ਬੈਠਕ ਕਰਾਉਂਦੇ ਨੇ। ਕਹਿਣ ਦਾ ਭਾਵ ਕਿ ਸੈਕਟਰੀ ਇੱਕ ਬੜਾ ਵੱਡਾ ਪ੍ਰਭਾਵ ਰੱਖਦਾ ਹੈ ਪੰਚਾਂ ਉੱਤੇ, ਸਰਪੰਚਾਂ ਉੱਤੇ। ਮੈਨੂੰ ਵੀ ਇੱਕ ਵਾਰ ਪੰਚਾਇਤ ਦੇ ਵਿੱਚ ਕੁਝ ਸਾਲ ਕੰਮ ਕਰਨ ਦਾ ਮੌਕਾ ਮਿਲਿਆ ਤਾਂ ਮੈਂ ਦੇਖਿਆ ਕਿ ਜਿਹੜਾ ਸੈਕਟਰੀ ਹੈ ਉਹ ਕਾਫੀ ਰੋਹਬਦਾਰ ਉਹਦਾ ਹੁੰਦਾ ਹੈ ਵਤੀਰਾ ਪੰਚਾਇਤ ਪ੍ਰਤੀ। ਖੈਰ ਆਪਾਂ ਅੱਗੇ ਆਈਏ। ਇੱਕ ਗੱਲ ਡਾਕਟਰ ਸਾਹਿਬ ਹੋਰ ਸਾਹਮਣੇ ਆ ਰਹੀ ਹੈ, ਕਿਉਂਕਿ ਆਮ ਤੌਰ ਤੇ ਜਿਹੜੀਆਂ ਸਰਪੰਚੀ ਦੀਆਂ ਚੋਣਾਂ ਉਹ ਹੁਣ ਸਿੱਧੀਆਂ ਹੋ ਰਹੀਆਂ ਨੇ, ਵਾਰਡ ਵਾਈਜ਼ ਪੰਚ ਬਣ ਰਹੇ ਨੇ ਪਿੰਡਾਂ ਦੇ ਵਿੱਚ। ਜਿਹੜੀ ਹੈ ਨਵੀਂ ਜਿਹੜੀ ਵਾਰਡਬੰਦੀ ਹੁਣ ਚੱਲ ਰਹੀ ਹੈ ਨਵੇਂ ਸਿਰੋਂ ਵੀ, ਪਰੰਤੂ ਸਰਕਾਰ ਇੱਕ ਹੋਰ ਵਿਚਾਰ ਕਰ ਰਹੀ ਹੈ ਕਿ ਕਿਉਂ ਨਾ ਜਿਹੜੀ ਅਗਲੀ ਨਵੀਂ ਪੰਚਾਇਤੀ ਚੋਣ ਹੋਏ ਉਸ ਦੌਰਾਨ ਪੰਚਾਂ ਤੋਂ ਸਰਪੰਚ ਬਣਾਏ ਜਾਣ। ਇੱਕ ਵਾਰ ਅਕਾਲੀ ਸਰਕਾਰ ਵੇਲੇ ਵੀ ਅਜਿਹਾ ਹੋਇਆ ਸੀ। ਕੁੱਲ ਪਿੰਡ ਦੇ ਜਿਹੜੇ ਸਾਰੇ ਵਾਰਡ ਸਨ, ਚੋਣ ਹੋਈ, ਉਹਨਾਂ ਵਾਰਡਾਂ ਤੋਂ ਜਿਹੜੇ ਪੰਚ ਬਣੇ ਉਹਨਾਂ ਪੰਚਾਂ ਤੋਂ ਬਹੁ ਗਿਣਤੀ ਜਿੱਧਰ ਹੋਈ ਉਹ ਸਰਪੰਚ ਬਣਿਆ। ਤੇ ਆਮ ਤੌਰ ਤੇ ਪਿਛਲੀ ਵਾਰ ਸਿੱਧੀ ਚੋਣ ਹੋਈ ਸੀ, ਇੱਕ ਪਾਸੇ ਸਰਪੰਚੀ ਦੀ ਤੇ ਦੂਜੇ ਬੰਨੇ ਵਾਰਡ ਵਾਈਜ਼ ਪੰਚਾਂ ਦੀ। ਤੇ ਤੁਸੀਂ ਇਹਨਾਂ ਦੋਨਾਂ ਦੇ ਵਿੱਚੋਂ, ਕਿਉਂਕਿ ਹੁਣ ਸਰਕਾਰ ਵੀ ਇਹਦੇ ਉੱਤੇ ਵਿਚਾਰ ਕਰ ਰਹੀ ਹੈ ਕਿ ਸਾਰੇ ਪਿੰਡ ਦੀਆਂ ਜਿਹੜੀਆਂ ਵਾਰਡ ਵਾਈਜ਼ ਪੰਚਾਂ ਦੀਆਂ ਚੋਣ ਕਰਵਾ ਕੇ ਫਿਰ ਪੰਚਾਂ ਜ਼ਰੀਏ ਸਰਪੰਚ ਚੁਣਿਆ ਜਾਵੇ, ਤੇ ਤੁਹਾਡੇ ਮੁਤਾਬਕ ਕਿਹੜੀ ਚੋਣ ਬਿਹਤਰ ਰਹਿ ਸਕਦੀ ਹੈ ਪਿੰਡ ਦੇ ਵਿੱਚ, ਜਿਹਦੇ ਨਾਲ ਧੜੇਬੰਦੀ ਖਤਮ ਹੋਏ ਤੇ ਪਿੰਡ ਇੱਕ ਵਿਕਾਸ ਦਾ ਅਹਿਦ ਲਏ, ਸਮਾਜਿਕ ਭਾਈਚਾਰਾ ਵਧੇ ਫੁੱਲੇ? ਜੀ ਡਾਕਟਰ ਸਾਹਿਬ। ਡਾਕਟਰ ਸਾਹਿਬ, ਇਹ ਦੋ ਤਰ੍ਹਾਂ ਦੀਆਂ ਚੋਣਾਂ ਨੇ, ਡਾਇਰੈਕਟ ਤੇ ਇਨਡਾਇਰੈਕਟ ਚੋਣ। ਇਨਡਾਇਰੈਕਟ ਹੈ ਜਿਹੜੀ ਪੰਚਾਂ ਨੇ ਆਪਣਾ ਅੱਗੇ ਸਰਪੰਚ ਚੁਣਨਾ, ਬਹੁ ਗਿਣਤੀ ਨੇ, ਬਹੁ ਮੈਂਬਰਾਂ ਨੇ। ਤੇ ਜਿਹੜਾ ਡਾਇਰੈਕਟ ਹੈ ਸਿੱਧੀ ਸਰਪੰਚ ਦੀ ਜਿਸ ਤਰ੍ਹਾਂ ਚੋਣ ਹੋ ਰਹੀ ਹੈ, ਪਹਿਲਾਂ ਵੀ ਜਿਵੇਂ ਤੁਸੀਂ ਦੱਸ ਚੁੱਕੇ ਹੋ ਅਕਾਲੀ ਸਰਕਾਰ ਵੇਲੇ ਇਹ ਪੈਟਰਨ, ਇਹ ਢੰਗ ਅਪਣਾਇਆ ਗਿਆ ਸੀ। ਅਸਲ ਦੇ ਵਿੱਚ ਲੋਕਾਂ ਨੂੰ ਇਹਦੇ ਪ੍ਰਤੀ ਚੇਤਨ ਕਰਨ ਦੀ ਜ਼ਰੂਰਤ ਹੈ। ਸਮੁੱਚੇ ਦੇਸ਼ ਦੇ ਵਿੱਚ, ਸਮੁੱਚੇ ਸੂਬੇ ਦੇ ਵਿੱਚ ਜਾਂ ਜਿਹੜਾ ਰਾਜਨੀਤਿਕ ਪ੍ਰਬੰਧ ਹੈ ਉਹਦੇ ਵਿੱਚ ਸੁਧਾਰ ਕਰਨ ਦੀ ਜ਼ਰੂਰਤ ਹੈ। ਅਸਲ ਦੇ ਵਿੱਚ ਜੇ ਇਹਨੂੰ ਪੋਲੀਟੀਕਲਾਈਜ਼ ਕੀਤਾ ਜਾਂਦਾ ਤਾਂ ਉਹਦੇ ਨਾਲ ਆਪਸੀ ਧੜੇਬਾਜ਼ੀ ਤਾਂ ਪੈਦਾ ਹੀ ਹੋ ਰਹੀ ਹੈ। ਜਦੋਂ ਕੋਈ ਪਾਰਟੀ ਸਿਸਟਮ ਦੇ ਉੱਪਰ ਹੁਣ ਇਲੈਕਸ਼ਨ ਲੜੀਆਂ ਜਾ ਰਹੀਆਂ ਨੇ, ਉਹ ਪਿੰਡਾਂ ਦੇ ਵਿੱਚ ਜਾ ਕੇ ਬਹੁਤ ਜ਼ਿਆਦਾ ਪਾਰਟੀ ਦਾ ਹੋ ਜਾਂਦਾ ਤੇ ਧੜੇਬਾਜ਼ੀ ਤਾਂ ਪਹਿਲਾਂ ਹੀ ਹੁੰਦੀ ਹੈ ਥੋੜੀ ਜਿਹੀ। ਤੇ ਡਾਕਟਰ ਸਾਹਿਬ ਪਾਰਟੀ ਪੱਧਰ ਉੱਤੇ ਨਹੀਂ ਚੋਣਾਂ ਲੜੀਆਂ ਜਾ ਰਹੀਆਂ, ਪਰੰਤੂ ਇੱਕ ਪ੍ਰਭਾਵ ਜ਼ਰੂਰ ਛੱਡਿਆ ਜਾ ਰਿਹਾ ਕਿ ਉਹ ਪੰਚ ਸਰਪੰਚ ਜਿਹੜਾ ਫਲਾਣੀ ਪਾਰਟੀ ਦਾ, ਜਿਹੜੇ ਚੋਣ ਨਿਸ਼ਾਨ ਨੇ ਉਹ ਪੰਚਾਇਤੀ ਚੋਣਾਂ ਦੇ ਵੱਖਰੇ ਹੀ ਅਲਾਟ ਹੁੰਦੇ ਆ, ਬਿਨਾਂ ਪਾਰਟੀ ਤੋਂ, ਸਿਆਸੀ ਪਾਰਟੀਆਂ ਤੋਂ ਵੱਖਰੇ। ਜੀ ਡਾਕਟਰ ਸਾਹਿਬ। ਨਹੀਂ, ਉਹ ਤਾਂ ਪਿੰਡਰ ਸਾਹਿਬ ਬਿਲਕੁਲ ਠੀਕ ਹੈ ਤੁਹਾਡੀ ਗੱਲ ਵੀ, ਉਹ ਉਹਨਾਂ ਨੂੰ ਚੋਣ ਨਿਸ਼ਾਨ ਅਲਾਟ ਕੀਤੇ ਜਾਂਦੇ ਨੇ, ਆਪੋ ਆਪਣੇ ਹੁੰਦੇ ਨੇ, ਪਾਰਟੀ ਸਿੰਬਲ ਤੇ ਨਹੀਂ ਲੜਦੇ। ਪਰੰਤੂ ਜਦੋਂ ਨਤੀਜੇ ਆਉਂਦੇ ਨੇ ਉਦੋਂ ਇਹ ਬਾਕਾਇਦਾ ਤੌਰ ਤੇ ਐਲਾਨ ਕੀਤਾ ਜਾਂਦਾ ਸਾਡੇ ਇੰਨੇ ਪੰਚ ਬਣ ਗਏ ਤੇ ਸਾਡੀ ਪਾਰਟੀ ਦੇ ਇੰਨੇ ਪੰਚ ਬਣ ਗਏ। ਜਦੋਂ ਇੰਨੀ ਦਖਲਅੰਦਾਜ਼ੀ ਹੁੰਦੀ ਹੈ ਪਾਰਟੀਲਾਈਜ਼ ਹੋ ਗਈ ਹੈ, ਜਦ ਕਿ ਪਹਿਲਾਂ ਆਮ ਪਿੰਡਾਂ ਦੇ ਵਿੱਚ ਸਰਬਸੰਮਤੀਆਂ ਹੋ ਜਾਂਦੀਆਂ ਸੀਗੀਆਂ। ਜੀ ਸਰਬਸੰਮਤੀ ਹੋਵੇ ਤਾਂ ਬਹੁਤ ਵਧੀਆ ਗੱਲ ਹੈ। ਪੁਰਾਣੇ ਪਿੰਡਾਂ ਦੇ ਵਿੱਚ ਬਹੁਤ ਨਾਮੀ ਸਰਪੰਚ ਪੈਦਾ ਹੋਏ ਨੇਗੇ ਜਿਹੜਿਆਂ ਨੇ ਪਿੰਡਾਂ ਨੂੰ ਵਿਕਾਸ ਵੀ ਕੀਤਾ। ਬਹੁਤ ਸਾਰੇ ਪਿੰਡਾਂ ਦੇ ਵਿੱਚ ਇਸ ਤਰ੍ਹਾਂ ਦਾ ਕਾਰਜ ਵੀ ਹੁੰਦਾ ਰਿਹਾ, ਉਹਨਾਂ ਦੇ ਵਿੱਚ ਦਖਲਅੰਦਾਜ਼ੀ ਨਹੀਂ ਸੀ ਹੁੰਦੀ। ਪਰੰਤੂ ਹੁਣ ਪੋਲੀਟੀਕਲ ਦਖਲਅੰਦਾਜ਼ੀ ਬਹੁਤ ਜ਼ਿਆਦਾ ਹੋ ਗਈ ਹੈ, ਰਾਜਸੀ ਦਖਲਅੰਦਾਜ਼ੀ। ਇਹਦੇ ਕਾਰਨ ਧੜੇਬਾਜ਼ੀ ਪੈਦਾ ਹੋ ਰਹੀ ਹੈ। ਇਹ ਅਸਲ ਦੇ ਵਿੱਚ ਇਹਨੂੰ ਸਿਸਟਮ ਦੇ ਵਿੱਚ ਹੋਰ ਵੀ ਸੁਧਾਰ ਲਿਆਉਣ ਦੀ ਜ਼ਰੂਰਤ ਹੈ। ਪਿੰਡਾਂ ਦੇ ਲੋਕਾਂ ਨੂੰ ਚੇਤਨ ਕਰਨ ਦੀ ਜ਼ਰੂਰਤ ਹੈ। ਉਸ ਦੇ ਵਿੱਚ ਬਹੁਤੀ ਦਖਲਅੰਦਾਜ਼ੀ ਰਾਜਸੀ ਨਹੀਂ ਹੋਣੀ ਚਾਹੀਦੀ, ਤਾਂ ਇਹ ਪਿੰਡਾਂ ਦੇ ਵਿੱਚੋਂ ਧੜੇਬਾਜ਼ੀ ਖਤਮ ਹੋ ਸਕਦੀ ਹੈ। ਜੀ ਪਿੰਡਰ ਸਾਹਿਬ। ਬਿਲਕੁਲ ਡਾਕਟਰ ਸਾਹਿਬ, ਲੋਕਤੰਤਰ ਦੇ ਵਿੱਚ ਸਭ ਤੋਂ ਜਿਹੜੀ ਛੋਟੀ ਇਕਾਈ ਹੈ ਉਹ ਪੰਚਾਇਤ ਮੰਨੀ ਜਾਂਦੀ ਹੈ, ਤੇ ਜੇਕਰ ਲੋਕਤੰਤਰ ਨੂੰ ਅਸੀਂ ਮਜ਼ਬੂਤ ਬਣਾਉਣਾ ਹੈ ਤਾਂ ਜਿਹੜੀਆਂ ਪੰਚਾਇਤੀ ਚੋਣਾਂ ਨੇ ਉਹ ਹੋਰ ਬਿਹਤਰ ਤੇ ਪਾਰਦਰਸ਼ੀ ਬਣਾਉਣੀਆਂ ਵੀ ਅਤੀ ਜ਼ਰੂਰੀ ਨੇ। ਅਜਿਹੇ ਦੇ ਨਾਲ ਡਾਕਟਰ ਸਾਹਿਬ ਅੱਜ ਦੇ ਇਸ ਪ੍ਰੋਗਰਾਮ ਨੂੰ ਆਪਾਂ ਇੱਥੇ ਹੀ ਵਿਸ਼ਰਾਮ ਦਿੰਦੇ ਹਾਂ। ਰੱਬ ਰਾਖਾ। ਦੇਖਦੇ ਰਹੋ ਚੈਨਲ ਈ ਮਿਸ਼ਨ ਪੰਜਾਬੀ। ਈ ਮਿਸ਼ਨ ਪੰਜਾਬੀ।